Good morning, students. I am your friend and guide Jitinder Kant, serving as a lecturer in English at Government Senior Secondary School, Mandi Gobindgarh. So, students, today I am going to discuss with you a very important chapter, that is An Astrologer's Day, written by R.K. Narayan. Students, this chapter is really very interesting and there are a lot of surprises in this chapter. And this chapter typically highlights the condition of an Indian astrologer as well as the type of calculations or miscalculations that an astrologer makes in order to apprise his customers. ਜਿਹੜੇ ਐਸਟ੍ਰੋਲੋਜਰਸ ਨੇ ਉਹ ਕਿਸ ਤਰ੍ਹਾਂ ਦੇ ਨਾਲ ਆਪਣੇ ਟੂਲਸ ਨੇ ਜਿਹੜੇ ਉਹ ਰੱਖਦੇ ਨੇ, ਉਹ ਕਿਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਬੈਠਦੇ ਨੇ, ਉਹ ਲੋਕਾਂ ਨੂੰ ਕਿਵੇਂ ਭਰਮਾਉਂਦੇ ਨੇ, ਉਹਨਾਂ ਨੂੰ ਕਿਵੇਂ ਪੁੱਛਿਆ ਦਿੰਦੇ ਨੇ, everything is discussed in detail in this chapter. And there is an element of humor also in this chapter. ਇਹਦੇ ਵਿੱਚ ਬਿਲਕੁਲ ਰਿਐਲਿਟੀ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਹੋ ਜਾਂਦੀ ਹੈ ਸਾਡੀਆਂ ਅੱਖਾਂ ਦੇ ਮੂਹਰੇ ਵੀ ਐਕਚੁਅਲ ਦੇ ਵਿੱਚ ਐਸਟ੍ਰੋਲੋਜਰਸ ਇੱਦਾਂ ਦੇ ਹੀ ਹੁੰਦੇ ਨੇ ਜਿਹੜੇ ਕਿ ਅਸੀਂ ਦੇਖੇ ਨੇ। ਤਾਂ ਆਰ ਕੇ ਨਾਰਾਇਣ ਨੇ ਬਹੁਤ ਖੂਬਸੂਰਤੀ ਦੇ ਨਾਲ ਇੱਕ ਇੰਡੀਅਨ ਕੰਟੈਕਸਟ ਦੇ ਵਿੱਚ ਇੱਕ ਐਸਟ੍ਰੋਲੋਜਰ ਨੂੰ ਬਿਆਨ ਕੀਤਾ ਹੈ। ਉਹ ਐਸਟ੍ਰੋਲੋਜਰ ਜਿਹੜਾ ਕਿ ਇੱਕ ਕ੍ਰਿਮੀਨਲ ਵੀ ਹੈ। ਇਸ ਚੈਪਟਰ ਦੇ ਵਿੱਚ ਉਸ ਐਸਟ੍ਰੋਲੋਜਰ ਨੂੰ ਇੱਕ ਕ੍ਰਿਮੀਨਲ ਵੀ ਦਿਖਾਇਆ ਗਿਆ ਹੈ ਦੈਟ ਇਨ ਦੀ ਪਾਸਟ ਟਾਈਮ ਹੀ ਹੈਡ ਕਮਿਟਡ ਅ ਕ੍ਰਾਈਮ ਐਂਡ ਉਹ ਜਿਹੜਾ ਕ੍ਰਾਈਮ ਉਹਨੇ ਕਮਿਟ ਕੀਤਾ ਸੀ ਹਾਊ ਇਟ ਕੇਮ ਇਨ ਫਰੰਟ ਆਫ ਹਿਮ ਆਫਟਰ ਹੀ ਮੈਟ ਅ ਸਟ੍ਰੇਂਜਰ। ਕਿਸ ਤਰ੍ਹਾਂ ਉਹਦੇ ਸਾਹਮਣੇ ਉਹ ਚੀਜ਼ ਆ ਗਈ, ਉਹਦਾ ਪਾਸਟ ਸਾਰਾ ਸਾਹਮਣੇ ਆ ਗਿਆ ਐਂਡ ਹੀ ਵਾਜ਼ ਹੌਰੀਫਾਈਡ। ਉਹ ਘਬਰਾ ਗਿਆ ਵੀ ਹੁਣ ਮੇਰੇ ਨਾਲ ਅੱਗੇ ਕੀ ਹੋਊਗਾ। ਐਂਡ ਉਸ ਸਿਚੁਏਸ਼ਨ ਦੇ ਵਿੱਚ ਵਿਦ ਦੀ ਹੈਲਪ ਆਫ ਹਿਜ਼ ਵਿਟ, ਉਹਦੀ ਜਿਹੜੀ ਵਿਜ਼ਡਮ ਸੀਗੀ, ਉਹਦੀ ਜਿਹੜੀ ਚਲਾਕੀ ਸੀਗੀ, ਹੀ ਵਾਜ਼ ਵੈਰੀ ਕਨਿੰਗ ਐਂਡ ਕਲੈਵਰ। ਉਹ ਕਲੈਵਰਨੈਸ ਦਾ ਉਪਯੋਗ ਕਰਕੇ ਹਾਊ ਹੀ ਕੇਮ ਆਊਟ ਆਫ ਦੈਟ ਸਿਚੁਏਸ਼ਨ ਐਂਡ ਹੀ ਸੇਵਡ ਹਿਜ਼ ਲਾਈਫ। ਇਹ ਚੀਜ਼ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ। ਬਹੁਤ ਇੰਟਰਸਟਿੰਗ ਹੈ, ਸਰਪ੍ਰਾਈਜ਼ਿੰਗ ਹੈ ਐਂਡ ਯੂ ਵਿਲ ਰੀਅਲੀ ਫਾਈਂਡ ਯੋਰ ਸੈਲਫ ਸਟਕ ਅਪ to this chapter. Until it is completed, you won't be able to leave it undone. I am pretty sure about it. ਚਲੋ ਆਪਾਂ ਥੋੜ੍ਹਾ ਜਿਹਾ ਇਸ ਚੈਪਟਰ ਨੂੰ ਗਹਿਰਾਈ ਦੇ ਨਾਲ ਦੇਖਦੇ ਹਾਂ। ਆਪਣੀਆਂ ਸਕਰੀਨਸ ਦੇ ਉੱਤੇ ਦੇਖੋ ਤੁਸੀਂ, ਇਹ ਜਿੱਥੋਂ ਸਟਾਰਟ ਹੋ ਰਿਹਾ। ਸਟਾਰਟਿੰਗ ਦੇ ਵਿੱਚ ਆਰ ਕੇ ਨਾਰਾਇਣ ਬਾਰੇ ਇੱਕ ਪੈਰਾਗ੍ਰਾਫ, 2 ਪੈਰਾਗ੍ਰਾਫਸ ਇੱਥੇ ਦਿੱਤੇ ਹੋਏ ਨੇ। ਜਿਹੜਾ ਆਰ ਕੇ ਨਾਰਾਇਣ ਹੈ ਇੰਡੀਅਨ ਨੋਵਲਿਸਟ ਹੈ ਐਂਡ ਸ਼ਾਰਟ ਸਟੋਰੀ ਰਾਈਟਰ ਹੈ। ਇੱਕ ਇਹਦਾ ਇੰਟਰਨੈਸ਼ਨਲ ਰਿਪਿਊਟ ਹੈ। ਰਾਜਾ ਰਾਮ ਮੋਹਨ ਰਾਓ ਅਤੇ ਮੁਲਖ ਰਾਜ ਆਨੰਦ ਉਸ ਸਮੇਂ ਦੇ ਆਰ ਕੇ ਨਾਰਾਇਣ ਦੇ ਕੰਟੈਂਪਰੇਰੀ ਰਾਈਟਰਸ ਨੇ, ਸਮਕਾਲੀ ਨੇ। ਅਤੇ ਇਹਨਾਂ ਨੇ ਈਸਟਰਨ ਅਤੇ ਵੈਸਟਰਨ ਆਡੀਅੰਸ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਆਪਣੀਆਂ ਲਿਖਤਾਂ ਦੇ ਥਰੂ। ਅਤੇ ਕੁਛ ਉਹਦੇ ਲਾਈਫ ਦੇ ਫੈਕਟਸ ਇੱਥੇ ਆਪਾਂ ਨੂੰ ਮਿਲਦੇ ਨੇ ਦੈਟ ਯੂ ਕੈਨ ਆਲਸੋ ਰੀਡ ਬਿਕੋਜ਼ ਦਾ ਚੈਪਟਰ ਇਜ਼ ਆਲਰੇਡੀ ਸੈਂਟ ਟੂ ਯੂ ਔਨ ਵਟਸਐਪ ਗਰੁੱਪਸ ਐਂਡ ਪ੍ਰੋਬੈਬਲੀ ਯੂ ਆਰ ਹੈਵਿੰਗ ਯਰ ਬੁੱਕਸ ਆਲਸੋ ਵਿਦ ਯੂ। ਤਾਂ ਆਰ ਕੇ ਨਾਰਾਇਣ ਦੀਆਂ ਸਵਾਮੀ ਐਂਡ ਫਰੈਂਡਸ ਇੱਕ ਨਾਵਲ ਹੈ, ਬਹੁਤ ਫੇਮਸ ਹੈ। ਇੱਕ ਦਾ ਬੈਚਲਰ ਆਫ ਆਰਟਸ ਵੀ ਬਹੁਤ ਫੇਮਸ ਨਾਵਲ ਹੈ। ਦਾ ਇੰਗਲਿਸ਼ ਟੀਚਰ 1945 ਦੇ ਵਿੱਚ ਪਬਲਿਸ਼ ਹੋਇਆ ਸੀ। ਦਾ ਗਾਈਡ ਅਤੇ ਸਿਮਿਲਰਲੀ ਇੱਦਾਂ ਹੀ ਉਹਦੀਆਂ ਸਟੋਰੀਜ਼ ਨੇ ਐਨ ਐਸਟ੍ਰੋਲੋਜਰਸ ਡੇ ਐਂਡ ਅਦਰ ਸਟੋਰੀਜ਼, ਜਿਹੜੀ ਕਿ ਆਪਾਂ ਹੁਣ ਪੜ੍ਹਨ ਲੱਗੇ ਹਾਂ। ਅਤੇ ਹੀ ਵਾਜ਼ ਅਵਾਰਡਡ ਪਦਮ ਭੂਸ਼ਣ, ਜਿਹੜੀ ਉਹਨੇ ਲਿਟਰੇਚਰ ਦੇ ਵਿੱਚ ਕੰਟਰੀਬਿਊਸ਼ਨ ਦਿੱਤੀ ਹੈ ਇਸ ਰਾਈਟਰ ਨੇ, ਉਹਦੇ ਵਾਸਤੇ ਉਹਨੂੰ ਪਦਮ ਭੂਸ਼ਣ ਵੀ ਮਿਲਿਆ ਹੋਇਆ। ਅਤੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਹੁਣ ਆਈ ਸ਼ੈਲ ਗਾਈਡ ਯੂ ਅਬਾਊਟ ਦਿਸ ਚੈਪਟਰ ਨਾਓ ਕਿ ਇਨ ਦਾ ਫਸਟ ਪੈਰਾਗ੍ਰਾਫ we are going to read about what instruments or equipments an astrologer keeps with him. ਉਹਦੇ ਕੋਲ ਇੱਕ ਚੌਰਸ ਕੱਪੜਾ ਹੁੰਦਾ
ਕੁਛ ਸ਼ੈਲਸ ਹੁੰਦੀਆਂ ਨੇ, ਹੱਡੀਆਂ ਹੁੰਦੀਆਂ ਨੇ, ਕੁਛ ਸਕੈਲਟਨ ਟਾਈਪ ਉਹਦੀਆਂ ਬੋਨਸ ਹੁੰਦੀਆਂ ਨੇ ਜਿਹੜੀਆਂ ਕੁਛ ਉਹੇ ਜਿਹੀਆਂ ਰੱਖੀਆਂ ਹੁੰਦੀਆਂ ਨੇ, ਰਾਈਟ। ਕੁਛ ਚਾਰਟਸ ਵਗੈਰਾ ਹੁੰਦੇ ਨੇ ਉਹਦੇ ਕੋਲ, ਜਿਹਦੇ ਵਿੱਚ ਦੇ ਟਰਾਈ ਟੂ ਕੈਲਕੂਲੇਟ ਯੋਰ ਸਟਾਰਸ ਇਨ ਫਰੰਟ ਆਫ ਯੂ, ਤਾਂ ਕਿ ਤੁਹਾਨੂੰ ਇਹ ਲੱਗੇ ਜੀ ਕੋਈ ਕੈਲਕੂਲੇਸ਼ਨਸ ਕਰ ਰਿਹਾ ਐਸਟਰੋਲੋਜਰ ਹੈ ਜਿਹੜਾ। ਬੜਾ ਮਿਸਟਿਕ ਜਿਹਾ ਹੁੰਦਾ, ਬੜਾ ਅਬਸਕਿਓਰ ਜਿਹਾ ਹੁੰਦਾ, ਕੋਈ ਉਹਦੇ ਬਾਰੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਉਹ ਕਿਸ ਤਰ੍ਹਾਂ ਦਾ ਬੰਦਾ ਹੈਗਾ। ਤੁਹਾਨੂੰ ਇਹੀ ਲੱਗੂਗਾ ਉਹਦੇ ਹਾਵ ਭਾਵ ਦੇਖ ਕੇ ਦੈਟ ਇਹ ਤਾਂ ਤੁਹਾਨੂੰ ਪੂਰਾ ਤੁਹਾਡਾ ਭਵਿੱਖ ਦੱਸ ਦੂਗਾ। ਗੱਲਾਂ ਦਾ ਧਨੀ ਹੁੰਦਾ ਉਹ ਬੰਦਾ ਜਿਹੜਾ। ਅਤੇ ਮੱਥੇ ਦੇ ਉੱਤੇ ਟਿੱਕਾ ਲਾਇਆ ਹੁੰਦਾ ਵਰਮਿਲੀਅਨ, ਜਿਹੜਾ ਔਰੇਂਜ ਕਲਰ ਦਾ ਲਾਉਂਦੇ ਹੁੰਦੇ ਨੇ, ਸੰਧੂਰ ਟਾਈਪ। ਅਤੇ ਇੱਕ ਐਸ਼ ਵੀ ਮਲੀ ਹੁੰਦੀ ਹੈ ਉਹਨਾਂ ਨੇ ਆਪਣੇ ਮੱਥੇ ਦੇ ਉੱਤੇ, ਵਿਭੂਤੀ ਜਿਹੜੀ ਹੁੰਦੀ ਹੈ। ਸੋ ਦਿਸ ਇਜ਼ ਟਿਪੀਕਲ ਇੰਡੀਅਨ ਐਸਟਰੋਲੋਜਰ। ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਤਰ੍ਹਾਂ ਦਾ ਹੀ ਹੁੰਦਾ ਜਿਹੜਾ ਐਸਟਰੋਲੋਜਰ ਹੈ, ਅਤੇ ਇੱਦਾਂ ਦਾ ਹੀ ਉਹਦੇ ਕੋਲ ਸਾਜ਼ੋ ਸਮਾਨ ਹੁੰਦਾ ਉਹਦਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਖੂਬਸੂਰਤੀ ਦੇ ਨਾਲ ਬਿਆਨ ਕੀਤੀਆਂ ਗਈਆਂ ਨੇ ਇੱਥੇ। ਅੱਖਾਂ 'ਚ ਇੱਕ ਡਿਫਰੈਂਟ ਜਿਹੇ ਤਰ੍ਹਾਂ ਦੀ ਚਮਕ ਹੁੰਦੀ ਹੈ, ਵੈਰੀ ਅਬਨੋਰਮਲ ਗਲੀਮ ਵਿਚ ਅਟਰੈਕਟਸ ਯੂ ਟੂਵਰਡਸ ਹਿਮ। ਉਹ ਤੁਹਾਨੂੰ ਗੱਲਾਂ ਇਹੋ ਜਿਹੀਆਂ ਕਰਕੇ ਹੀ ਵਿਲ ਟੈਲ ਯੂ ਬਾਈ ਲੁਕਿੰਗ ਇਨ ਟੂ ਯੂਰ ਆਈਜ਼ that you are going to do this, you are going to do that. It is all based on his guesswork. ਉਹ ਤੁਹਾਡੇ ਚਿਹਰੇ ਨੂੰ ਪੜ੍ਹਨਾ ਜਾਣਦਾ ਹੈ, ਤੁਹਾਡੀ ਸੰਜੀਦਗੀ ਨੂੰ ਪੜ੍ਹਨਾ ਜਾਣਦਾ ਹੈ, ਤੁਹਾਡੀ ਨੌਨ ਸੀਰੀਅਸਨੈਸ ਨੂੰ ਪੜ੍ਹਨਾ ਜਾਣਦਾ ਹੈ, ਤੁਹਾਡੇ ਦੁੱਖਾਂ ਨੂੰ ਪੜ੍ਹਨਾ ਜਾਣਦਾ, ਤੁਸੀਂ ਖੁਸ਼ ਹੋ, ਹਰੇਕ ਚੀਜ਼ ਦਾ ਐਨਾਲਿਸਿਸ ਲਾ ਸਕਦਾ ਹੈ ਉਹ। ਦੈਟ ਪਰਸਨ ਇਜ਼ ਵੈਰੀ ਕੈਪੇਬਲ ਐਂਡ ਥਰੂ ਆਊਟ ਦ ਏਜਿਸ ਦੋਜ਼ ਪਰਸਨਸ ਲਰਨ ਅਬਾਊਟ ਦੀ ਕਰੈਕਟਰਾਈਜੇਸ਼ਨ ਆਫ ਦੀ ਹਿਊਮਨ ਬੀਇੰਗਸ। ਤੁਹਾਡੇ ਹਰ ਤਰ੍ਹਾਂ ਦੇ ਇਮੋਸ਼ਨਸ ਨੂੰ, ਹਾਵ ਭਾਵ ਨੂੰ ਹੀ ਕੈਨ ਬੈਟਰ ਅੰਡਰਸਟੈਂਡ ਐਂਡ ਰੀਡ, ਐਂਡ ਤੁਹਾਨੂੰ ਭਰਮਾ ਸਕਦਾ ਉਹਨਾਂ ਚੀਜ਼ਾਂ ਦੇ ਨਾਲ ਉਹ। ਤਾਂ ਤੁਹਾਨੂੰ ਐਂ ਲੱਗਦਾ ਵੀ ਹਾਂ ਵੀ ਇਹ ਤਾਂ ਮੇਰੇ ਬਾਰੇ ਸੱਚ ਬੋਲ ਰਿਹਾ ਹੈ। ਐਂਡ ਦੈਨ ਯੂ ਸਟਾਰਟ ਲਿਸਨਿੰਗ ਟੂ ਵਟ ਐਵਰ ਪ੍ਰੈਡਿਕਸ਼ਨਸ ਹੀ ਮੇਕਸ ਟੂਵਰਡਸ ਯੋਰ ਫਿਊਚਰ ਔਰ ਅਬਾਊਟ ਯੋਰ ਪਾਸਟ ਔਰ ਯੋਰ ਪ੍ਰੈਜੈਂਟ। ਤਾਂ ਉਹ ਇੱਦਾਂ ਉਹਨਾਂ ਦੇ ਵਿੱਚ ਬਹੁਤ ਇੱਕ ਚਤੁਰਾਈ ਦੇ ਨਾਲ ਉਹ ਤੁਹਾਨੂੰ ਆਪਣਾ ਟਾਰਗੇਟ ਬਣਾਉਂਦੇ ਨੇ। ਸੋ ਸੇਮ ਥਿੰਗ ਇਜ਼ ਮੈਂਸ਼ਨਡ ਇਨ ਦਿਸ ਚੈਪਟਰ। ਅਤੇ ਉਹ ਬੈਠਦੇ ਕਿਵੇਂ ਨੇ, ਕਿੱਥੇ ਨੇ? ਕੋਈ ਵੀ ਭੀੜ ਭੜਾਕੇ ਵਾਲੀ ਜਗ੍ਹਾ ਹੁੰਦੀ ਹੈ, ਸੜਕ ਦੇ ਕਿਨਾਰੇ ਕੋਈ ਦਰਖਤ ਲੱਗਿਆ ਹੋਵੇ, ਉਹਦੇ ਨੀਚੇ ਇੱਕ ਆਪਣੀ ਦਰੀ ਵਿਛਾ ਕੇ ਦੇ ਵਿਲ ਮੇਕ ਅਰੇਂਜਮੈਂਟਸ ਫॉर ਆਲ ਦਾ ਇਕੁਇਪਮੈਂਟਸ ਦੈਟ ਹੀ ਪੋਜੈਸਿਸ। ਉੱਥੇ ਬੈਠ ਜਾਂਦਾ ਹੈ ਉਹ। ਹੁਣ ਜਿਹੜਾ ਉਰੇ ਦਾ ਐਸਟਰੋਲੋਜਰ ਹੈ ਉਹ ਵੀ ਟਾਊਨ ਹਾਲ ਪਾਰਕ ਹੈ ਉੱਥੇ ਉਹ ਬੈਠ ਰਿਹਾ ਅਤੇ ਕਰਾਊਡ ਨਿਕਲ ਰਿਹਾ, ਨੈਰੋ ਲੇਨਸ ਹੈ, ਸੜਕ ਭਰੀ ਹੋਈ ਹੈ, ਤਰ੍ਹਾਂ ਤਰ੍ਹਾਂ ਦੇ ਵੈਂਡਰਸ ਨੇ ਉੱਥੇ। ਕੋਈ ਬਦਾਮ ਵੇਚ ਰਿਹਾ, ਉਹੀ ਬੰਦਾ ਅਗਲੇ ਦਿਨ ਆਪਣੀ ਜਿਹੜੀ ਰੇਹੜੀ ਆ ਉਹ ਲਿਆ ਕੇ ਉਹ 'ਤੇ ਬੋਂਬੇ ਆਈਸਕ੍ਰੀਮ ਦਾ ਬੈਨਰ ਲਾ ਕੇ ਉਹ ਵੇਚ ਰਿਹਾ। ਸਮਟਾਈਮਸ ਉਹ ਤੀਜੇ ਦਿਨ ਆ ਕੇ ਕੋਈ ਰਾਜਾਜ਼ ਡੈਲੀਕੇਸੀ ਕਰਕੇ ਕੁਛ ਵੇਚ ਰਿਹਾ। ਤਾਂ ਉਹ ਡਿਫਰੈਂਟ ਤਰ੍ਹਾਂ ਦੇ ਬੰਦੇ ਨੇ। ਕੋਈ ਮੂੰਗਫਲੀਆਂ ਦੀ ਇੱਕ ਜਿਹੜੀ ਉਹ ਢੇਰੀ ਜਿਹੀ ਲਾ ਕੇ ਬੈਠਾ ਹੈ, ਠੀਕ ਹੈ, ਅਤੇ ਆਲੇ ਦੁਆਲੇ ਕੋਈ ਹੋਰ ਰੇਹੜੀਆਂ ਲੱਗੀਆਂ, ਕੋਈ ਉਹ 'ਤੇ ਲਾਈਟਸ ਵੇਚ ਰਿਹਾ, ਕੋਈ ਕੁਛ ਵੇਚ ਰਿਹਾ। ਇੱਕ ਸਰਕਾਰੀ ਪੋਲ ਖੜ੍ਹਾ ਹੈ ਲਾਈਟ ਦਾ, ਉਹਦੇ ਉੱਤੇ ਲਾਈਟ ਮੱਚ ਰਹੀ ਹੈ, ਉਹਦੀ ਲਾਈਟ ਨੀਚੇ ਗਿਰ ਰਹੀ ਹੈ। ਕਿਸੇ ਨੇ ਆਪਣੀ ਰੇਹੜੀ ਦੇ ਉੱਤੇ ਬੈਟਰੀ ਦੀ ਲਾਈਟ ਜਗਾਈ ਹੋਈ ਹੈ। ਸੋ ਦਿਸ ਇਜ਼ ਦੀ ਟਾਈਪ ਆਫ ਸੈਟਿੰਗ ਦੈਟ ਯੂ ਕੈਨ ਈਜ਼ੀਲੀ connect yourself to, because we have seen all these things around us. Whenever we go to the market, we see all these type of arrangements very easily and we can connect ourselves to this situation. ਆਪਣਾ ਇੰਡੀਅਨ ਕੰਟੈਕਸਟ ਇਹੀ ਹੈ। ਜਦ ਆਪਾਂ ਮਾਰਕੀਟ 'ਚ ਜਾਂਦੇ ਹਾਂ, ਵੀ ਸੀ ਆਲ ਦੀਜ਼ ਥਿੰਗਸ ਹੈਪਨਿੰਗ ਅਰਾਊਂਡ। ਸਵੇਰੇ ਸ਼ਾਮ ਦੁਪਹਿਰੇ ਜਦ ਮਰਜ਼ੀ ਜਾਓ, ਯੂ ਸੀ ਆਲ ਦੀਜ਼ ਥਿੰਗਸ। ਸੋ ਵੀ ਰਿਲੇਟ ਆਰ ਸੈਲਵਸ ਵੈਰੀ ਈਜ਼ੀਲੀ ਟੂ ਦਿਸ ਕੰਟੈਕਸਟ ਕਿ ਇੱਦਾਂ ਦੀ ਉੱਥੇ ਸੈਟਿੰਗ ਹੈ ਜਿਹੜੀ। ਅਤੇ ਕੋਈ ਕਿਸੇ ਨੇ ਲੈਂਪ ਜਗਾਇਆ ਹੋਇਆ, ਅਤੇ ਐਸਟਰੋਲੋਜਰ ਹੈ ਜਿਹੜਾ ਉਹ ਲਾਈਟਸ ਜਿਹੜੀਆਂ ਆਲੇ ਦੁਆਲੇ ਤੋਂ ਇੱਧਰੋਂ ਉੱਧਰੋਂ ਆ ਰਹੀਆਂ ਨੇ ਉਹਨਾਂ ਦੇ ਨਾਲ ਹੀ ਆਪਣਾ ਕੰਮ ਚਲਾਈ ਜਾ ਰਿਹਾ। ਉਹਦੇ ਕੋਲ ਆਪਣੀ ਕੋਈ ਲਾਈਟ ਦਾ ਅਰੇਂਜਮੈਂਟ ਨਹੀਂ ਹੈ, ਬਟ ਉਹ ਸਾਰਾ ਕੁਛ ਇੱਧਰ ਉੱਧਰ ਦੀਆਂ ਲਾਈਟਾਂ ਤੋਂ ਉਹਨੂੰ ਆਪਣੇ ਸਾਜ਼ੋ ਸਮਾਨ ਦਿਖ ਰਹੇ ਨੇ, ਅਤੇ ਉੱਦਾਂ ਕਰਕੇ ਉਹ ਆਪਣਾ ਉੱਥੇ ਬੈਠਾ। ਅਤੇ ਕਹਾਣੀ ਅੱਗੇ ਵੱਧਦੀ ਹੈ। ਬਹੁਤ ਹੋਰ ਬਰੀਕੀ ਦੇ ਵਿੱਚ ਗੱਲਾਂ ਵੀ ਇਹਦੇ ਵਿੱਚ ਵਾਪਰੀਆਂ ਨੇ। ਦੈਟ ਵੈਨ ਯੂ ਰੀਡ ਦਿਸ ਚੈਪਟਰ ਬਾਈ ਯੋਰ ਸੈਲਫ ਯੂ ਵਿਲ ਕਮ ਅਕਰੋਸ ਮੈਨੀ ਨਿਊ ਥਿੰਗਸ, ਬਟ ਵੀ ਆਰ ਡਿਸਕਸਿੰਗ ਓਵਰਆਲ ਅਬਾਊਟ ਵਟ ਹੈਜ਼ ਹੈਪਨਡ. We are just concentrating at this point over those things which hold more importance than those small happenings. ਠੀਕ ਹੈ। ਅਤੇ ਉਸ ਤੋਂ ਬਾਅਦ ਇਹ ਦੱਸਿਆ ਗਿਆ ਉਹਨੇ ਆਪਣਾ ਪਿੰਡ ਛੱਡਿਆ, ਉਹ ਪਿੰਡ ਤੋਂ ਸ਼ਹਿਰ ਵਿੱਚ ਆ ਗਿਆ।
ਪਿੰਡ ਕਿਉਂ ਛੱਡਿਆ, ਉੱਥੇ ਕੋਈ ਛੋਟਾ ਉਹਦਾ ਕੋਈ ਲੈਂਡ ਸੀ ਥੋੜ੍ਹੀ ਬਹੁਤ ਘਰ ਦੀ, ਉਹਦੀ ਉਹ ਉੱਥੇ ਟਿਲਿੰਗ ਕਰਦਾ ਸੀ, ਉੱਥੇ ਹੀ ਉਹਨੇ ਵਿਆਹ ਵੀ ਕਰਵਾ ਲਿਆ ਸੀ ਪਿੰਡ ਦੇ ਵਿੱਚ ਹੀ, ਅਤੇ ਉਹਦਾ ਐਨਸੈਸਟਰਲ ਹੋਮ ਸੀ ਉੱਥੇ, ਹੀ ਯੂਜ਼ ਟੂ ਲਿਵ ਵਿਦ ਹਿਜ਼ ਫੈਮਲੀ, ਅਤੇ ਬਟ ਵਿਦਾਊਟ ਟੈਲਿੰਗ ਐਨੀ ਵਨ ਉਹ ਆਪਣਾ ਘਰ ਛੱਡ ਕੇ ਕਿੰਨੇ ਹੀ 100 ਦੂਰ ਮੀਲ ਦੂਰ ਚੱਲ ਕੇ ਉਹ ਨਵੀਂ ਜਗ੍ਹਾ 'ਤੇ ਆ ਕੇ ਉੱਥੇ ਹੁਣ ਬੈਠ ਗਿਆ ਉਹ। ਅਤੇ ਲਾਈਕ ਵੀ ਡਿਸਕਸਡ ਅਰਲੀਅਰ, ਅੱਗੇ ਪੈਰੇ ਦੇ ਵਿੱਚ ਇਹ ਚੀਜ਼ ਵੀ ਦੱਸੀ ਹੋਈ ਹੈ ਦੈਟ ਹੀ ਨੋਜ਼ ਅਬਾਊਟ ਦਾ ਹਿਊਮਨ ਟਰਬਲਸ। ਇੱਕ ਇਨਸਾਨ ਨੂੰ ਜਿਹੜਾ ਇੱਕ ਸਮਾਜ ਦੇ ਵਿੱਚ ਵਿਚਰਦਾ ਰਹਿੰਦਾ ਹੈ, ਵਟ ਆਰ ਦਾ ਪ੍ਰੋਬਲਮਸ ਦੈਟ ਅ ਪਰਸਨ ਫੇਸਿਸ। ਕਾਹਦੀਆਂ ਪ੍ਰੋਬਲਮਸ ਹੁੰਦੀਆਂ ਨੇ? ਪ੍ਰੋਬਲਮਸ ਰਿਲੇਟਡ ਟੂ ਦਾ ਮੈਰਿਜ, ਪ੍ਰੋਬਲਮਸ ਰਿਲੇਟਡ ਟੂ ਦਾ ਮਨੀ, ਪ੍ਰੋਬਲਮਸ ਰਿਲੇਟਡ ਟੂ ਦਾ ਪ੍ਰੋਬਲਮੈਟਿਕ ਰਿਲੇਸ਼ਨਸ਼ਿਪਸ, ਘਰਾਂ ਦੇ ਵਿੱਚ ਲੜਾਈ ਝਗੜੇ ਨੇ, ਹੋਰ ਗਲੀ ਮੁਹੱਲੇ ਦੇ ਵਿੱਚ ਤੰਗੀ ਹੈ, ਕੋਈ ਲੜਾਈ ਝਗੜਾ ਹੈ, ਕੋਈ ਜ਼ਮੀਨ ਜਾਇਦਾਦ ਦਾ ਝਗੜਾ ਹੈ ਫੈਮਲੀਜ਼ ਦੇ ਵਿੱਚ। ਸਮ ਆਫ ਥੀਜ਼ ਥਿੰਗਸ ਆਰ ਵੈਰੀ ਕਾਮਨ ਐਂਡ ਆਲਮੋਸਟ everyone faces all these type of problems and it creates trouble in the life of persons। ਤਾਂ ਆ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬਖੂਬੀ ਜਾਣਦਾ ਅਤੇ ਇਹਨਾਂ ਨਾਲ ਉਹ ਗੱਲਾਂ ਕਰਕੇ ਪਹਿਲਾਂ ਕੁਐਸਚਨਸ ਪੁੱਛਦਾ ਆਪਣੇ ਕਸਟਮਰਸ ਨੂੰ, ਕਿਸ ਤਰ੍ਹਾਂ ਦੀ ਤਕਲੀਫ ਦੁੱਖ ਹੈ, ਅਤੇ ਜਦ ਉਹ ਬੰਦਾ ਦੱਸ ਦਿੰਦਾ ਤਾਂ ਉਹ ਫਿਰ ਉਹੋ ਜਿਹੀਆਂ ਗੱਲਾਂ ਹੀ ਕਰ ਕਰਕੇ ਸਵਾਲ ਪੁੱਛ ਕੇ ਉਹਨਾਂ ਦੇ ਜਵਾਬ ਦੇ ਕੇ ਬੰਦੇ ਨੂੰ ਭਰਮਾਉਂਦਾ ਐਂਡ ਇਟ ਫੀਲਸ ਲਾਈਕ ਹੀ ਵਿਲ ਹੈਵ ਅ ਪਨੇਸ਼ੀਆ ਫॉर ਆਲ ਯੂਰ ਪ੍ਰੋਬਲਮਸ। ਇੱਦਾਂ ਲੱਗਦਾ ਵੀ ਇਹਦੇ ਕੋਲ ਕੋਈ ਇਹੋ ਜਿਹੀ ਬੂਟੀ ਜਾਂ ਰਾਮਬਾਣ ਹੈਗਾ ਜਿਹਦੇ ਨਾਲ ਹੁਣ ਤੁਹਾਡੀਆਂ ਪ੍ਰੋਬਲਮਸ ਨੂੰ ਖ਼ਤਮ ਕਰ ਦੂਗਾ ਇਹ। ਐਂਡ ਇੱਦਾਂ ਕਰਕੇ ਆਪਾਂ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਹਾਂ। ਅਤੇ ਹੁਣ ਇਹ ਜਿਹੜਾ ਐਸਟਰੋਲੋਜਰ ਹੈ ਇਹ ਵੀ ਕੁਛ ਇਹੋ ਜਿਹਾ ਹੀ ਕਰ ਰਿਹਾ ਲੋਕਾਂ ਦੇ ਨਾਲ। ਅਤੇ ਇਹਨੂੰ ਅਚਾਨਕ ਇੱਕ ਸ਼ਾਮ ਦੇ ਸਮੇਂ ਇੱਕ ਬੰਦਾ ਮਿਲਦਾ, ਇੱਕ ਸਟ੍ਰੇਂਜਰ ਹੈ, ਉਹ ਇਹਦੇ ਵੱਲ ਨੂੰ ਚੱਲਿਆ ਆ ਰਿਹਾ ਐਂਡ ਉਹ ਸਟ੍ਰੇਂਜਰ ਹੈ ਜਿਹੜਾ ਉਹ ਇਹਨੂੰ ਆ ਕੇ ਪੁੱਛਦਾ ਅਤੇ ਉਹਨੂੰ ਦੱਸਦਾ ਇਹ ਵੀ ਮੈਂ ਇੱਦਾਂ ਕਰਕੇ ਤੈਨੂੰ ਆਹ ਪ੍ਰੋਬਲਮ ਹੈ। ਉਹ ਕਹਿੰਦਾ ਵੀ ਚੱਲ ਆਈ ਹੈਵ ਅ ਡੀਲ ਫॉर ਯੂ, ਵੀ ਮੈਂ ਤੈਨੂੰ ਇੰਨੇ ਪੈਸੇ ਦੇ ਰਿਹਾ, ਜੇ ਤੂੰ ਮੈਨੂੰ ਪ੍ਰੋਬਲਮ ਸਹੀ ਦੱਸਤੀ ਵੀ ਮੈਨੂੰ ਕੀ ਪ੍ਰੋਬਲਮ ਹੈ, ਵੀ ਮੈਂ ਕਿਸ ਚੀਜ਼ ਦੀ ਭਾਲ ਦੇ ਵਿੱਚ ਹੈ, ਅਤੇ ਆਈ ਵਿਲ ਗਿਵ ਯੂ ਡਬਲ ਦਾ ਮਨੀ, ਅਦਰਵਾਈਜ਼ ਯੂ ਵਿਲ ਹੈਵ ਟੂ ਪੇ ਮਾਈ ਮਨੀ ਬੈਕ ਟੂ ਮੀ। ਅਤੇ ਉਹਦੇ ਵਿੱਚ ਉਹ ਹੋਰ ਵੀ ਪੈਸੇ ਜੋੜ ਕੇ ਵੀ ਮੈਂ ਤੇਰੇ ਤੋਂ ਡਬਲ ਦੀ ਮਨੀ ਆਈ ਵਿਲ ਟੇਕ ਬੈਕ ਫਰੋਮ ਯੂ ਇਨ ਕੇਸ ਯੂ ਫੇਲ ਟੂ ਟੈਲ ਮੀ ਦਾ ਰੀਅਲ ਪ੍ਰੋਬਲਮ ਦੈਟ ਆਈ ਐਮ ਫੇਸਿੰਗ। ਚਲੋ ਜੀ ਐਗਰੀਮੈਂਟ ਹੋ ਜਾਂਦਾ ਫਾਈਨਲ। ਪਹਿਲਾਂ ਇਹ ਨਾ ਨੁੱਕਰ ਕਰਦਾ, ਦੇਖ ਲੈਂਦਾ ਵੀ ਉਹ ਦੂਸਰਾ ਬੰਦਾ ਥੋੜ੍ਹਾ ਜਿਹਾ ਗੁੱਸੇ ਦੇ ਵਿੱਚ ਹੈ ਜਾਂ ਉਹ ਆਪਣੇ ਹਾਲਾਤਾਂ ਤੋਂ ਪਰੇਸ਼ਾਨ ਜ਼ਿਆਦਾ ਹੈ, ਅਤੇ ਉਹ ਇਹਦੀ ਬਾਂਹ ਫੜ ਲੈਂਦਾ ਜਦ ਇਹ ਜਾਣ ਲੱਗਦਾ। ਇਹ ਕਹਿੰਦਾ ਨਹੀਂ ਵੀ ਤੈਨੂੰ ਦੱਸਣਾ ਹੀ ਪਊਗਾ ਐਂਡ ਦੇਰ ਇਜ਼ ਨੋ ਅਦਰ ਵੇ ਆਊਟ, ਯੂ ਹੈਵ ਟੂ ਟੈਲ ਮੀ ਵੀ ਮੇਰੀ ਪ੍ਰੋਬਲਮ ਦੱਸ ਵੀ ਹੈ ਕੀ ਹੈ ਐਕਚੁਅਲ ਦੇ ਵਿੱਚ। ਇਫ ਯੂ ਆਰ ਅ ਟਰੂ ਐਸਟਰੋਲੋਜਰ ਤਾਂ ਉਹ ਡੀਲ ਕਰ ਲੈਂਦੇ ਨੇ। ਤਾਂ ਇਹ ਜਦ ਉਹ ਬੰਦਾ ਥੋੜ੍ਹੀ ਜਿਹੀ ਉਹ ਇੱਕ ਚਿਰੂਟ ਬਾਲਣ ਦੀ ਕੋਸ਼ਿਸ਼ ਕਰਦਾ ਅਤੇ ਉਹ ਜਦੋਂ ਲਾਈਟ ਔਨ ਕਰਦਾ ਬਾਲਦਾ ਉਹ ਮੈਚ ਸਟਿਕ, ਦੈਨ ਉਹਦਾ ਜਿਹੜਾ ਫੇਸ ਹੈ ਇਹਦੇ ਸਾਹਮਣੇ ਆ ਜਾਂਦਾ ਅਤੇ ਉਹ ਫੇਸ ਦੇਖਦੇ ਸਾਰ ਹੀ ਇਹ ਘਬਰਾ ਜਾਂਦਾ ਜਿਹੜਾ ਐਸਟਰੋਲੋਜਰ ਹੈ। ਹੁਣ ਕੋਈ ਰਾਜ਼ ਛੁਪਿਆ ਹੋਇਆ ਵੀ ਇਹ ਫੇਸ ਦੇਖ ਕੇ ਇੰਨਾ ਘਬਰਾ ਗਿਆ ਐਂਡ ਨਾਓ ਹੀ ਕੈਨੋਟ ਮੇਕ ਅ ਮੂਵ ਬਟ ਹੀ ਹੈਜ਼ ਟੂ ਟੈਲ ਦ ਰਿਐਲਿਟੀ। ਤਾਂ ਇਹਨੂੰ ਹੁਣ ਐਸਟਰੋਲੋਜਰ, ਕਿਉਂਕਿ ਇਹ ਦਿਮਾਗੀ ਹੈ, ਬ੍ਰੇਨੀ ਹੈ, ਇਹ ਨਾਲ ਦੀ ਨਾਲ ਉਹਨੂੰ ਦੱਸ ਦਿੰਦਾ ਵੀ ਤੈਨੂੰ ਆਹ ਪ੍ਰੋਬਲਮ ਹੈ ਵੀ ਯੂ ਆਰ ਫਾਈਂਡਿੰਗ ਅ ਪਰਸਨ ਹੂ ਹੈਡ ਸਟੈਬਡ ਅ ਨਾਈਫ ਔਨ ਯੋਰ ਸਟਮਕ। ਤੇਰੇ ਢਿੱਡ ਦੇ ਉੱਤੇ ਉਹਨੇ ਚਾਕੂ ਨਾਲ ਵਾਰ ਕੀਤਾ ਬੰਦੇ ਨੇ ਪਾਸਟ ਦੇ ਵਿੱਚ ਐਂਡ ਯੂ ਆਰ ਫਾਈਂਡਿੰਗ ਦੈਟ ਪਰਸਨ। ਉਹ ਬੰਦਾ ਬੜਾ ਹੈਰਾਨ ਹੁੰਦਾ, ਉਹ ਕਹਿੰਦਾ ਦਿਸ ਇਜ਼ ਕੁਆਇਟ ਟਰੂ, ਟੈਲ ਮੀ ਮੋਰ ਅਬਾਊਟ ਦੈਟ ਪਰਸਨ। ਇਹ ਕਿਵੇਂ ਤੂੰ ਦੱਸਤਾ ਮੈਨੂੰ? ਉਹ ਕਹਿੰਦਾ ਵੀ ਤੇਰੇ ਉਹਨੇ ਪੇਟ 'ਚ ਚਾਕੂ ਜਦ ਮਾਰਿਆ ਅਤੇ ਤੈਨੂੰ ਅੱਧ ਮਰਿਆ ਕਰਕੇ ਹੀ went away from there, he fled from the scene and he left the village, ਅਤੇ his name is ਗੁਰੂ ਨਾਇਕ। ਉਹ ਬੰਦੇ ਨੂੰ ਦੱਸਦਾ ਉਹਦਾ ਨਾਮ ਗੁਰੂ ਨਾਇਕ ਹੈ। ਉਹ ਹੋਰ ਜ਼ਿਆਦਾ ਇੰਪ੍ਰੈਸ ਹੋ ਜਾਂਦਾ ਉਹ ਤੋਂ ਵੀ ਇਹ ਤਾਂ ਬਿਲਕੁਲ ਸੱਚ ਬੋਲ ਰਿਹਾ ਹੈ, ਦੈਟ ਹੀ ਮਾਈਟ ਪੋਜ਼ੈਸ ਦ ਟਰੂ ਨੌਲੇਜ। ਇਹ ਤਾਂ ਇਟਸ ਜਸਟ ਲਾਈਕ ਅ ਗੋਡਲੀਨੈਸ, ਇਹ ਤਾਂ ਇੱਕ ਡਿਵਾਈਨ ਥਿੰਗ ਹੋ ਗਈ ਉਹਦੇ ਵਾਸਤੇ ਵੀ ਇੰਨਾ ਉਹਨੇ ਐਕੂਰੇਟ ਗੈਸ ਵਰਕ ਕੀਤਾ ਆਪਣਾ। ਬੜਾ ਹੈਰਾਨ ਹੁੰਦਾ ਅਤੇ ਉਹ ਉਹਨੂੰ ਪੈਸੇ ਡਬਲ ਦਿੰਦਾ
ਜਿੰਨੇ ਦੀ ਡੀਲ ਹੋਈ ਸੀਗੀ ਹੀ ਗਿਵਸ ਦੈਟ ਮਨੀ ਟੂ ਦੈਟ ਪਰਸਨ। ਅਤੇ ਪਰ ਗੱਲਾਂ ਦਾ ਇੱਕ ਉਰੇ ਉਲਝੇਵਾਂ ਜਿਹਾ ਵੀ ਹੈਗਾ, ਜਿੰਨੇ ਦੀ ਡੀਲ ਹੋਈ ਸੀ ਉਨੇ ਤਾਂ ਨਹੀਂ ਦਿੰਦਾ, ਬਟ ਫਿਰ ਵੀ ਸਟਿਲ ਹੀ ਗਿਵਸ ਹਿਮ ਸਮ ਮਨੀ which the astrologer later finds that it was not the committed amount। ਅਤੇ ਚਲੋ ਜੀ ਉਹਨੂੰ ਫਿਰ ਇਹ ਦੱਸ ਦਿੰਦਾ, ਕਹਿੰਦਾ ਵੀ ਜੇ ਤੂੰ ਆਪਣੀ ਲਾਈਫ ਨੂੰ ਬਚਾ ਕੇ ਰੱਖਣਾ ਚਾਹੁੰਦਾ ਤਾਂ ਬਈ ਤੇਰਾ ਪਿੰਡ ਇੱਥੋਂ 2 ਦਿਨ ਦੇ ਰਸਤੇ ਦੇ ਉੱਤੇ ਹੈ, ਤੂੰ ਉੱਥੇ ਵਾਪਸ ਮੁੜ ਜਾ ਐਂਡ ਟੂਵਰਡਸ ਸਾਊਥ ਡਾਇਰੈਕਸ਼ਨ ਨੈਵਰ ਐਵਰ ਟਰੈਵਲ ਇਨ ਹੋਲ ਯੋਰ ਲਾਈਫ। ਕਦੇ ਵੀ ਸਾਊਥ ਵਾਲੀ ਡਾਇਰੈਕਸ਼ਨ ਦੇ ਵਿੱਚ ਆਪਣੇ ਪਿੰਡੋਂ ਕਦੇ ਵੀ ਸਫ਼ਰ ਨਾ ਕਰੀ, ਕਦੇ ਨਾ ਤੁਰੀ ਆਈ, ਅਦਰਵਾਈਜ਼ ਯੂ ਵਿਲ ਬੀ ਇਨ ਬਿਗ ਟਰਬਲ, ਈਵਨ ਯੂ ਕੈਨ ਲੂਜ਼ ਆਊਟ ਯੋਰ ਲਾਈਫ ਐਜ਼ ਵੈਲ ਇਨ ਕੇਸ ਯੂ ਵਾਕ ਟੂਵਰਡਸ ਦੈਟ ਡਾਇਰੈਕਸ਼ਨ। ਉੱਧਰ ਤਾਂ ਕਦੇ ਵੀ ਨਹੀਂ ਜਾਣਾ। ਹੁਣ ਉਹਨੂੰ ਉਹ ਥੋੜ੍ਹੀ ਜਿਹੀ ਭਭੂਤੀ ਦਿੰਦਾ ਹੈ, ਉਹ ਭਭੂਤੀ ਤੋਂ ਟਿੱਕਾ ਆਪਣੇ ਮੱਥੇ 'ਤੇ ਲਾ ਕੇ ਹੀ ਗੋਜ਼ ਬੈਕ ਟੂ ਹਿਜ਼ ਹਾਊਸ, ਆਪਣੇ ਵਿਲੇਜ ਆਪਣੇ ਘਰ ਵਾਪਸ ਚਲਿਆ ਜਾਂਦਾ ਉਹ ਸਟ੍ਰੇਂਜਰ ਹੈ ਜਿਹੜਾ। ਐਂਡ ਇਹ ਐਸਟਰੋਲੋਜਰ ਨੇ ਸੁੱਖ ਦਾ ਸਾਹ ਲੱਤਾ ਵੀ ਮੈਂ ਅੱਜ ਬਚ ਗਿਆ, ਵੀ ਅਦਰਵਾਈਜ਼ ਤਾਂ ਅੱਜ ਹੀ ਵੁੱਡ ਹੈਵ ਡਾਈਡ। ਤਾਂ ਇਹ ਹੁਣ ਜਿਹੜੀ ਕਹਾਣੀ ਹੈ ਇੱਥੇ ਇੱਕ ਸਸਪੈਂਸ ਇਹ ਕ੍ਰੀਏਟ ਹੋ ਗਿਆ ਵੀ ਇਹਨੇ ਐਕਚੁਅਲ ਦੇ ਵਿੱਚ ਉਹ ਗੈਸ ਵਰਕ ਕਿਵੇਂ ਕਰ ਲਿਆ, ਐਂਡ ਦੈਟ ਟੂ ਜਸਟ ਪੁਆਇੰਟਿੰਗ ਟੂ ਦੀ ਰਾਈਟ ਥਿੰਗ, ਕਿਸ ਤਰ੍ਹਾਂ ਇਹ ਚੀਜ਼ ਹੋ ਗਈ। ਐਂਡ ਹੀ ਹਿਟਸ ਦ ਬੁਲਜ਼ ਆਈ, ਨਿਸ਼ਾਨਾ ਬਿਲਕੁਲ ਸਹੀ ਲੱਗ ਗਿਆ ਇਹਦਾ। ਉਹ ਕਿਵੇਂ ਲੱਗ ਗਿਆ? ਹੁਣ ਕੁਐਸਚਨ ਇਹ ਹੈ, ਕੈਨ ਐਨੀ ਵਨ ਆਫ ਯੂ ਟੈਲ ਮੀ that how he is able to make the right guess about his problem। ਉਸ ਬੰਦੇ ਦੀ ਪ੍ਰੋਬਲਮ ਦਾ ਐਕਚੁਅਲ ਦੇ ਵਿੱਚ ਇਹ ਕਿਵੇਂ ਅੰਦਾਜ਼ਾ ਲਾ ਗਿਆ ਵੀ ਆਹ ਪ੍ਰੋਬਲਮ ਹੈ, ਹੀ ਇਜ਼ ਸਰਚਿੰਗ ਫॉर ਅ ਪਰਸਨ। ਉਹ ਇਹ ਹੈ ਵੀ ਇਹੀ ਹੈ ਉਹ ਬੰਦਾ ਜਿਹਨੇ ਉਹਦੇ ਪੇਟ ਦੇ ਵਿੱਚ ਛੁਰਾ ਮਾਰਿਆ ਸੀ। ਹੀ ਇਜ਼ ਦਿਸ ਐਸਟਰੋਲੋਜਰ, ਹੀ ਇਜ਼ ਦੀ ਵੈਰੀ ਪਰਸਨ ਹੂ ਸਟੈਬਡ that stranger in his stomach when he used to live in the village। it was long back, ਕਈ ਸਾਲ ਪਹਿਲਾਂ ਦੀ ਗੱਲ ਹੈ। ਤੇ after that incident only, without telling anyone, he left the village at night and settled here in this town। ਜਿੱਥੇ ਹੁਣ ਉਹ ਅੱਜ presently ਹੈਗਾ ਉੱਥੇ ਉਹ settle ਹੋ ਗਿਆ after that very incident, because he feared that in case he stays there in the village only, then he would have been killed by the very person or somebody else or the relative of that person। ਤਾਂ in order to save his life he escaped from that village and settled in this town, and he disguised himself as an astrologer। ਆਪਣੀ ਲਾਈਫ ਨੂੰ ਬਚਾਉਣ ਵਾਸਤੇ ਭੇਸ ਬਦਲ ਲੈਂਦਾ ਹੈ, ਐਸਟਰੋਲੋਜਰ ਦਾ ਕੰਮ ਕਰਨ ਲੱਗ ਜਾਂਦਾ। ਤਾਂ ਉਹ ਅੱਜ ਉਹਨੇ ਹੁਣ ਸੁੱਖ ਦਾ ਸਾਹ ਲਿਆ ਅਤੇ ਉਸ ਬੰਦੇ ਨੂੰ ਹੁਣ ਇਹ 'ਤੇ ਭਰੋਸਾ ਬਹੁਤ ਹੋ ਗਿਆ ਐਸਟਰੋਲੋਜਰ 'ਤੇ ਵੀ ਜੋ ਇਹਨੇ ਗੱਲ ਮੈਨੂੰ ਕਹੀ ਹੈ ਵੀ ਉਹ ਤਾਂ ਹੁਣ ਮੇਰੀ ਲਾਈਫ ਦਾ ਇੱਕ ਸੱਚ ਹੈ, that I will never come towards this side ever in my life, otherwise my life will be in danger। ਤਾਂ ਉਹ ਹੁਣ ਕਦੇ ਵੀ ਨਹੀਂ ਉੱਧਰ ਨੂੰ ਆਊਗਾ। ਅਤੇ ਉਹ ਤੋਂ ਹੁਣ ਬਹੁਤ ਭਰੋਸਾ ਕਰਕੇ ਗਿਆ ਐਸਟਰੋਲੋਜਰ ਦੇ ਉੱਤੇ, ਅਤੇ ਵੀ ਚਲੋ ਉਹਦੀ ਲਾਈਫ ਦਾ। ਅਤੇ ਨਾਲ ਉਹਨੇ ਇਹ ਵੀ ਕਹਿ ਤਾ ਵੀ ਉਹ ਜਿਹੜਾ ਬੰਦਾ ਸੀਗਾ ਜਿਹਨੇ ਤੇਰੇ ਛੁਰਾ ਮਾਰਿਆ ਸੀ ਪੇਟ ਦੇ ਵਿੱਚ, ਉਹ ਟਰੱਕ ਥੱਲੇ ਆ ਕੇ ਮਰ ਗਿਆ। he has lost his life, he was crushed by a lorry। ਇੱਕ ਲੌਰੀ ਟਰੱਕ ਕਹਿ ਲਓ, ਛੋਟਾ ਟਰੱਕ ਕਹਿ ਲਓ, ਵੀ ਉਹਦੇ ਥੱਲੇ ਆ ਕੇ ਉਹ ਮਰ ਗਿਆ। ਅਤੇ ਦ ਰਿਵੈਂਜ ਹੈਜ਼ ਬਿਨ ਟੇਕਨ ਬਾਈ ਦੀ ਗੋਡ, ਵੀ ਰੱਬ ਨੇ ਤੇਰਾ ਬਦਲਾ ਲੈ ਲਿਆ। ਨਾਓ ਯੂ ਗੋ ਬੈਕ, ਲਿਵ ਯੋਰ ਲਾਈਫ ਐਂਡ ਫੋਰਗੈਟ ਅਬਾਊਟ ਆਲ ਦੋਜ਼ ਥਿੰਗਸ ਦੈਟ ਹੈਪਨ ਵਿਦ ਯੂ ਇਨ ਦੀ ਪਾਸਟ। ਸਾਰੀਆਂ ਚੀਜ਼ਾਂ ਨੂੰ ਭੁੱਲ ਜਾ ਜੋ ਤੇਰੇ ਨਾਲ ਹੋਈਆਂ ਨੇ ਪਾਸਟ ਦੇ ਵਿੱਚ, ਅਤੇ ਤੂੰ ਹੁਣ ਆਪਣਾ ਸੁੱਖ ਦੇ ਨਾਲ ਆਪਣਾ ਜੀਵਨ ਹੈ ਜਿਹੜਾ ਬਤੀਤ ਕਰ। ਉਹ ਵਾਪਸ ਆਪਣੇ ਪਿੰਡ ਚਲਿਆ ਜਾਂਦਾ। ਐਂਡ ਦੈਨ ਦਿਸ ਐਸਟਰੋਲੋਜਰ ਆਲਸੋ ਗੋਜ਼ ਬੈਕ ਹੋਮ। ਅਤੇ ਅੱਜ ਬਹੁਤ ਬੜਾ ਇੱਕ ਬੋਝ ਇਹਦੇ ਮਨੋਂ ਵੀ ਉਸ ਐਸਟਰੋਲੋਜਰ ਦੇ ਉੱਤਰ ਜਾਂਦਾ। ਇਹਨੂੰ ਐਂ ਲੱਗਦਾ ਸੀ ਵੀ ਮੈਂ ਉਹਨੂੰ ਮਾਰਤਾ ਬੰਦੇ ਨੂੰ, ਬਟ ਲੱਕੀਲੀ ਫੋਰਚੂਨੇਟਲੀ ਹੀ ਐਸਕੇਪਡ ਡੈਥ। ਉਹ ਇੰਜਰਡ ਹੀ ਹੋਇਆ ਸੀ, ਉਹਨੂੰ ਬਚਾ ਲਿਆ, ਲੋਕਾਂ ਨੇ ਇਲਾਜ ਕਰਵਾਇਆ। ਅਤੇ ਅੱਜ ਉਹ ਇਹਦੇ ਸਿਰ 'ਤੇ ਹੁਣ ਉਹ ਖੂਨ ਦਾ ਇਲਜ਼ਾਮ ਨਹੀਂ ਰਿਹਾ। ਇਹਦੀ ਆਤਮਾ ਨੂੰ ਵੀ ਅੱਜ ਸ਼ਾਂਤੀ ਮਿਲ ਗਈ, ਐਂਡ ਇਹਨੇ ਵੀ ਅੱਜ ਸੁੱਖ ਦਾ ਸਾਹ ਲੱਤਾ ਵੀ ਸ਼ੁਕਰ ਹੈ ਵੀ ਮੈਂ ਬਚ ਗਿਆ, ਮੇਰੇ ਹੱਥੋਂ ਕਿਸੇ ਦਾ ਕਤਲ ਨਹੀਂ ਹੋਇਆ। ਅਤੇ ਫਿਰ ਘਰ ਜਾਂਦਾ ਇਹ, ਘਰ ਜਾ ਕੇ ਆਪਣਾ ਖਾਣਾ ਖੂਣਾ ਖਾਂਦਾ, ਐਂਡ ਦੇਅਰ ਨਾਓ ਹੀ ਇਜ਼ ਆਲ ਐਟ ਰੈਸਟ। ਹੁਣ ਉਹਨੂੰ ਸੁੱਖ ਦਾ ਸਾਹ ਮਿਲ ਗਿਆ। ਹੀ ਹੀਵਜ਼ ਅ ਸਾਈ ਆਫ ਰਿਲੀਫ ਨਾਓ। ਸੋ ਦਿਸ ਇਜ਼ ਆਲ ਅਬਾਊਟ ਦਿਸ ਚੈਪਟਰ ਐਨ ਐਸਟਰੋਲੋਜਰਸ ਡੇ ਬਾਈ R.K. Narayan। ਤਾਂ ਰਾਜੇ ਦਿਸ ਚੈਪਟਰ ਵੈਨ ਯੂ ਰੀਡ ਵੰਸ the text of this chapter by yourself now, you will be able to comprehend whatever is written, you will be able to
find meaning in this writing, and it will give you a lot of surprises and lot of vocabulary, lot of words to understand. On the behalf of your reading, you'll be able to attempt the short answers that immediately follow this text. कुछ 7 questions they are in front of you on page number 132. ਇਹ ਜਿਹੜੇ questions ਨੇ, these are short questions, and you have to just answer in one word or a line. ਤੇ ਉਹ ਜੇ ਤੁਸੀਂ ਟੈਕਸਟ ਨੂੰ ਹੁਣ ਪੜ੍ਹੋਗੇ, ਯੂ ਵਿਲ ਕੰਪਰੀਹੈਂਡ, ਯੂ ਨੋ ਦ ਜਿਸਟ ਆਫ ਦਿਸ ਟੈਕਸਟ, ਯੂ ਨੋ ਦ ਮੀਨਿੰਗ ਆਫ ਦਿਸ ਟੈਕਸਟ, ਵਟ ਯੂ ਆਰ ਗੋਇੰਗ ਟੂ ਰੀਡ. ਸੋ ਇਟ ਵਿਲ ਬੀ ਵੈਰੀ ਈਜ਼ੀ ਫॉर ਯੂ ਟੂ ਕੰਪਰੀਹੈਂਡ this written text now based on your comprehension. Find out the answers, ਉਹਨਾਂ ਨੂੰ answers ਨੂੰ ਆਪਣੀ ਕਾਪੀ ਦੇ ਵਿੱਚ ਲਿਖੋ and send them on the WhatsApp group after writing these questions by your own self, right? ਤੇ ਉਸ ਤੋਂ ਬਾਅਦ ਇਹ ਲੌਂਗ ਕੁਐਸਚਨਸ ਦਿੱਤੇ ਹੋਏ ਨੇ ਪਾਰਟ 2 ਦੇ ਵਿੱਚ 5 questions. These are long questions. Character sketch of the astrologer, as I described earlier, that what is the paraphernalia that he keeps with him all the time, ਕਿਹੜੇ equipments ਉਹਦੇ ਕੋਲ ਹੁੰਦੇ ਨੇ, ਐਂਡ ਉਹਦਾ ਉਹਨੇ ਆਪਣਾ ਰੂਪ ਕਿਹੋ ਜਿਹਾ ਬਣਾਇਆ ਹੋਇਆ ਹੈ, ਮੱਥੇ ਦੇ ਉੱਤੇ ਵੀ ਕੁਛ ਮਲਿਆ ਹੋਇਆ, ਟਿੱਕਾ ਲਾਇਆ ਹੋਇਆ, ਭਗਵੇ ਕੱਪੜੇ ਪਾਏ ਹੋਏ ਨੇ ਔਰੰਜ ਕਲਰ ਦੇ, ਐਂਡ ਹੀ ਡਜ਼ਨਟ ਵੀਅਰ ਐਨੀਥਿੰਗ ਇਨ ਹਿਜ਼ ਫੀਟ, ਉਹ ਨੰਗੇ ਪੈਰ ਹੀ ਹੁੰਦਾ ਉਹ. ਅਤੇ ਵਟ ਆਰ ਦਾ ਇਕਉਪਮੈਂਟਸ ਦੈਟ ਹੀ ਲੇਜ਼ ਬੇਅਰ ਔਨ ਦਾ ਰੋਡ, ਕੀ ਸਮਾਨ ਉੱਥੇ ਵਿਛਾਇਆ ਪਿਆ ਹੁੰਦਾ ਰੋਡ ਦੇ ਉੱਤੇ. ਆਲ ਦੀਜ਼ ਥਿੰਗਸ ਵਿਲ ਮੇਕ ਕਰੈਕਟਰ ਸਕੈਚ. ਪਾਸਟ ਦੇ ਵਿੱਚ ਇਹਨੇ ਕੀ ਕੀਤਾ ਸੀ, ਐਂਡ ਨਾਓ ਵਟ ਹੀ ਡਜ਼, ਕਿਸ ਤਰ੍ਹਾਂ ਦੀ ਪੁੱਛਿਆ ਸਟ੍ਰੇਂਜਰ ਨੂੰ ਦਿੰਦਾ ਹੈ. ਆਲ ਦੀਜ਼ ਥਿੰਗਸ will be compiled up together, and in the form of a passage you will write and send me for checking. Okay, ਇਹ ਨਾਲ ਦੇ ਵੀ ਕੁਛ ਅਲਾਈਡ ਕੁਐਸਚਨਸ ਹੈਗੇ ਨੇ. ਸਿਮਿਲਰਲੀ you'll be able to find these questions after reading the text. ਤੇ that's all from my side. ਤੇ ਮੈਂ ਵੇਟ ਕਰੂੰਗਾ, ਤੁਸੀਂ ਇਹਦੇ ਕੁਐਸਚਨਸ ਨੇ ਜਿਹੜੇ you'll write and send the response back to me on WhatsApp group for me to check and see whether you have understood this chapter or not. So I shall take your leave now. Thank you very much. God bless you. Keep doing the good work.